CTN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਤੇ ਆਓ ਦੋਸਤੋ, ਜਿਹੜੀਆਂ ਕੁਝ ਖਬਰਾਂ ਵਿਚਾਰਾਂਗੇ ਸੰਖੇਪ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਤੇ ਨਜ਼ਰ ਮਾਰੀਏ। ਆਸਟ੍ਰੇਲੀਆ ਸਰਕਾਰ ਨੇ ਆਸਟ੍ਰੇਲੀਆ ਜਾਣ ਦੀ ਉਮੀਦ ਲਈ ਬੈਠੇ ਲੋਕਾਂ ਵਾਸਤੇ ਕੀਤਾ ਅਹਿਮ ਐਲਾਨ। 88 ਵਰਿਆਂ ਦਾ ਨੌਜਵਾਨ ਕਰ ਰਿਹਾ 14ਵੀਂ ਡਿਗਰੀ। ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨਾਂ ਦੀ ਮੌਤ ਤੇ ਨਾ ਪ੍ਰਗਟਾਇਆ ਅਫਸੋਸ। ਕੀੜੀਆਂ ਦੀ ਜਾਸੂਸੀ ਨੇ ਫੜਾਇਆ ਆਪਣੀ ਔਲਾਦ ਅਤੇ ਪਤਨੀ ਦਾ ਕਾਤਲ। NRIs ਨੂੰ ਚੋਣ ਕਮਿਸ਼ਨ ਦਾ ਤੋਹਫਾ। ਲੋਕ ਸਭਾ ਚੋਣਾਂ ਵਿੱਚ ਵਿਦੇਸ਼ ਬੈਠੇ ਪਾ ਸਕਣਗੇ ਵੋਟ। ਮਾਛੀਵਾੜਾ ਵਿੱਚ ਇੱਕ ਨਾਮੀ ਪਰਿਵਾਰ ਦੇ 4 ਜੀ ਭੇਦ ਭਰੇ ਢੰਗ ਨਾਲ ਲਾਪਤਾ। ਟਿੱਕਰੀ ਸਰਹੱਦ ਤੇ ਇੱਕ ਕਿਸਾਨ ਦਾ ਕਤਲ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨੂੰ ਰਹੇਗਾ ਭਾਰਤ ਬੰਦ ਅਤੇ ਚੋਣਾਂ ਕਾਰਨ ਬਜਟ ਸੈਸ਼ਨ ਸਮੇਂ ਤੋਂ ਪਹਿਲਾਂ ਕਰ ਦਿੱਤਾ ਗਿਆ ਸਮਾਪਤ। ਅਤੇ ਆਓ ਹੁਣ ਇਹਨਾਂ ਖਬਰਾਂ ਦੇ ਵਿਸਥਾਰ ਵੱਲ ਨੂੰ ਵਧੀਏ। ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ, ਤਾਂ ਕਿ ਤੁਹਾਨੂੰ ਸਮੇਂ ਸਿਰ ਕੋਈ ਵੀ ਪ੍ਰੋਗਰਾਮ ਅਪਲੋਡ ਕੀਤਾ ਜਾਂਦਾ ਹੈ ਜਾਂ ਰੋਜ਼ਾਨਾ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਮੇਂ ਮੁਤਾਬਕ, ਵੈਨਕੂਵਰ ਦੇ ਸਮੇਂ ਮੁਤਾਬਕ ਸਵੇਰ ਦੇ 7 ਵਜੇ ਅਤੇ ਪੰਜਾਬ ਦੇ ਵਿੱਚ ਸ਼ਾਮ ਦੇ 7:30 ਵਜੇ ਪ੍ਰੋਗਰਾਮ ਪੰਜਾਬ ਬੋਲਦਾ, ਜਿਸ ਦੇ ਵਿੱਚ ਤੁਸੀਂ ਲਾਈਵ ਸ਼ਾਮਲ ਹੋ ਸਕਦੇ ਹੋ, ਉਹਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ। ਤੇ ਹੁਣ ਅਹਿਮ ਖਬਰ ਆਖੀ ਜਾ ਸਕਦੀ ਹੈ ਕਿ ਆਸਟ੍ਰੇਲੀਆ ਬਹੁਤ ਸਾਰੇ ਲੋਕਾਂ ਨੇ ਜਾਣਾ ਹੈ। ਕਿਸ ਨੇ ਵਿਜ਼ਟਰ ਵੀਜ਼ੇ ਤੇ, ਕਿਸੇ ਨੇ ਸਟੱਡੀ ਪਰਮਿਟ ਲੈ ਕੇ ਤੇ ਕਿਸੇ ਨੇ ਕੋਈ ਹੋਰ ਵੀਜ਼ਾ ਲੈ ਕੇ। ਲਗਭਗ 1 ਸਾਲ ਤੋਂ COVID-19 ਦੇ ਕਾਰਨ ਪਾਬੰਦੀਆਂ ਲੱਗੀਆਂ ਹੋਈਆਂ ਨੇ, ਸਰਹੱਦੀ ਪਾਬੰਦੀਆਂ ਵੀ ਲੱਗੀਆਂ ਹੋਈਆਂ ਨੇ, ਜਿਸ ਕਾਰਨ ਆਸਟ੍ਰੇਲੀਆ ਤੋਂ ਬਾਹਰ ਫਸੇ ਬੈਠੇ ਜਾਂ ਉਡੀਕ ਵਿੱਚ ਬੈਠੇ ਲੋਕਾਂ ਨੂੰ ਉਹਨਾਂ ਨੂੰ ਜਾਣ ਦੀ ਹਾਲੇ ਤੱਕ ਆਗਿਆ ਨਹੀਂ ਸੀ। ਉਹਨਾਂ ਵਿੱਚ ਅਸਥਾਈ ਵੀਜ਼ਾ ਧਾਰਕ ਵੀ ਨੇ, ਉਹਨਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀ ਨੇ, ਹਜ਼ਾਰਾਂ ਪ੍ਰਵਾਸੀ ਵੀ ਹੋਣਗੇ ਜਿਹੜੇ ਉਮੀਦਾਂ ਲਾਈ ਬੈਠੇ ਸੀ, ਪਰ ਉਹਨਾਂ ਦੀਆਂ ਉਮੀਦਾਂ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਜਦੋਂ ਇਮੀਗ੍ਰੇਸ਼ਨ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਸੇਵਾਵਾਂ ਦੇ ਜਿਹੜੇ ਮੰਤਰੀ ਨੇ, ਮੰਤਰੀ ਦਾ ਨਾਮ ਹੈ ਐਲੈਕਸ ਹੌਕ ਨੇ ਕਿਹਾ ਕਿ ਅਸੀਂ ਅਸਥਾਈ ਵੀਜ਼ਾ ਧਾਰਕਾਂ ਨੂੰ ਜਲਦ ਤੋਂ ਜਲਦ ਵਾਪਸ ਆਸਟ੍ਰੇਲੀਆ ਵਿੱਚ ਲਿਆਉਣ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ। ਉਹਨਾਂ ਆਖਿਆ ਕਿ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਅਸਥਾਈ ਵੀਜ਼ਾ ਧਾਰਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਵਾਸਤੇ ਸਰਕਾਰ ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ ਜਲਦੀ ਨਾਲ ਲਾਗੂ ਕਰ ਰਹੀ ਹੈ, ਤਾਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ, ਸੈਲਾਨੀਆਂ ਵਾਸਤੇ ਵੀ ਤੇ ਉਹਨਾਂ ਦੇ ਨਾਲ ਅਸਥਾਈ ਪ੍ਰਵਾਸੀਆਂ ਵਾਸਤੇ ਵੀ ਕੌਮਾਂਤਰੀ ਸਰਹੱਦਾਂ ਨੂੰ ਜਲਦ ਖੋਲ੍ਹਿਆ ਜਾ ਸਕੇ। ਜਿਹੜੇ ਸਰਕਾਰ ਦੇ ਤਾਜ਼ਾ ਅੰਕੜੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ 10 ਜਨਵਰੀ 2021 ਤੱਕ ਕੁੱਲ 1,64,485 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਸਨ, ਜਿਨ੍ਹਾਂ ਵਿੱਚ ਘੱਟ ਤੋਂ ਘੱਟ 12,740 ਭਾਰਤ ਤੋਂ ਦੱਸੇ ਜਾ ਰਹੇ ਨੇ। ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਦੱਸੇ ਜਾ ਰਹੇ ਨੇ। ਮੰਤਰੀ ਸਾਹਿਬ ਦਾ ਬਿਆਨ ਉਸ ਵਕਤ ਆਇਆ ਜਦੋਂ ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਇਹ ਗੱਲ ਪਤਾ ਲੱਗੀ ਕਿ ਇੰਟਰਨੈਸ਼ਨਲ ਜਿਹੜੇ ਵਿਦਿਆਰਥੀ ਨੇ, ਜਿਨ੍ਹਾਂ ਵੀਜ਼ਾ ਅਰਜ਼ੀਆਂ ਦੇ ਵਿੱਚ ਸਾਲ 2019 ਦੀ ਇਸੇ ਮਿਆਦ ਦੇ ਮੁਕਾਬਲੇ 2020 ਦੇ ਦੂਸਰੇ ਅੱਧ ਵਿੱਚ 65% ਦੀ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਡੀ ਗਿਰਾਵਟ ਭਾਰਤ ਤੋਂ ਵੀਜ਼ਾ ਅਰਜ਼ੀਆਂ ਦੇ ਵਿੱਚ ਵੇਖੀ ਗਈ ਹੈ, ਜਦੋਂ ਕਿ ਵਿਦਿਆਰਥੀਆਂ ਦਾ ਆਸਟ੍ਰੇਲੀਆ ਦੇ ਵਿੱਚ ਚੀਨ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦਾ ਦੂਸਰਾ ਵੱਡਾ ਅੰਕੜਾ ਹੋਇਆ ਕਰਦਾ ਹੈ। ਜਾਂ ਇਹ ਆਖ ਸਕਦੇ ਹਾਂ ਕਿ ਆਸਟ੍ਰੇਲੀਆ ਜਾਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਚੀਨ ਤੋਂ ਬਾਅਦ ਜੇਕਰ ਕਿਸੇ ਮੁਲਕ ਵਿੱਚੋਂ ਜਾਂਦੇ ਹੈ ਤਾਂ ਉਹ ਭਾਰਤ ਵਿੱਚੋਂ ਜਾਂਦੇ ਹੈ। ਮਿਨਿਸਟਰ ਹੌਕ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ ਮੁੜ ਖੋਲ੍ਹਣ ਤੇ ਸਾਰੇ ਪ੍ਰਵਾਸੀ ਆਸਟ੍ਰੇਲੀਆ ਵਾਪਸ ਪਰਤ ਆਉਣਗੇ। ਆਸਟ੍ਰੇਲੀਅਨ ਸਟੈਟਿਕਸ ਬਿਊਰੋ ਦੇ ਮੁਤਾਬਕ ਜਿਹੜੇ ਤਾਜ਼ਾ ਅੰਕੜੇ ਪੇਸ਼ ਕੀਤੇ ਗਏ ਹੈ, ਉਹਨਾਂ ਅੰਕੜਿਆਂ ਦੇ ਅਨੁਸਾਰ ਜਨਵਰੀ ਮਹੀਨੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੰਕੜੇ ਦੇ ਅਨੁਸਾਰ ਬੀਤੇ ਸਾਲ ਜਨਵਰੀ ਵਿੱਚ 91,250 ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਆਏ ਸਨ, ਜਦਕਿ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀ COVID-19 ਦੀਆਂ ਪਾਬੰਦੀਆਂ ਦੇ ਕਾਰਨ ਸਰਹੱਦਾਂ ਬੰਦ ਹੋਣ ਕਾਰਨ ਜਨਵਰੀ ਦੇ ਵਿੱਚ ਸਿਰਫ 360 ਵਿਦਿਆਰਥੀ ਪਹੁੰਚ ਸਕੇ। 2020 ਦੇ ਮੁਕਾਬਲੇ ਇਹ ਅੰਕੜਾ 99.6% ਘੱਟ ਦੱਸਿਆ ਜਾ ਰਿਹਾ ਹੈ। ਸਾਲ 2020 ਦੇ ਦੂਸਰੇ ਅੱਧ ਵਿੱਚ ਭਾਰਤੀ ਵਿਦਿਆਰਥੀਆਂ ਦੇ ਵੱਲੋਂ ਸਿਰਫ 10,549 ਅਰਜ਼ੀਆਂ ਦਾਖਲ ਕੀਤੀਆਂ ਗਈਆਂ। ਇੱਥੇ ਇਹ ਦੱਸਣਾ ਬਣਦਾ
ਕਿ ਇਹ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਜਾਣਾ ਚਾਹੁੰਦੇ ਸਨ ਉਹ ਕੈਨੇਡਾ ਵਰਗੇ ਮੁਲਕਾਂ ਵੱਲ ਉਹਨਾਂ ਨੇ ਰੁਖ ਕੀਤਾ। ਤੇ ਦੂਸਰੀ ਇਹ ਗੱਲ ਇੱਥੇ ਦੱਸਣ ਵਾਲੀ ਹੈ ਕਿ ਭਾਵੇਂ ਕੈਨੇਡਾ ਹੋਵੇ ਤੇ ਭਾਵੇਂ ਆਸਟ੍ਰੇਲੀਆ, ਦੋਵੇਂ ਮੁਲਕਾਂ ਜਾਂ ਜਿੱਥੇ ਜਿੱਥੇ ਵੀ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਨੇ, ਇਹ ਬਹੁਤ ਵੱਡੀ ਇੱਕ ਇੰਡਸਟਰੀ ਹੈ। ਕੈਨੇਡਾ ਦੇ ਵਿੱਚ ਜਿੰਨੀ ਲੰਬਰ ਮਿਲ ਤੋਂ ਆਮਦਨੀ ਕੈਨੇਡਾ ਸਰਕਾਰ ਨੂੰ ਹੁੰਦੀ ਆ, ਉਹਦੇ ਨਾਲੋਂ ਕਿਤੇ ਵੱਧ ਕੈਨੇਡਾ ਦੇ ਵਿੱਚ ਇੱਥੋਂ ਦੀ ਆਰਥਿਕਤਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਯੋਗਦਾਨ ਪਾਉਂਦੇ ਆ। ਇਸੇ ਤਰ੍ਹਾਂ ਆਸਟ੍ਰੇਲੀਆ ਨੂੰ ਵੀ ਇਹਨਾਂ ਵਿਦਿਆਰਥੀਆਂ ਦੀ ਵੱਡੇ ਪੱਧਰ ਤੇ ਜ਼ਰੂਰਤ ਹੈ, ਜਿਸ ਕਰਕੇ ਆਸਟ੍ਰੇਲੀਆ ਦੇ ਮਿਨਿਸਟਰ ਹੌਕ ਨੇ ਕਿਹਾ ਕਿ ਬੜੀ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਟੀਕੇ ਲਾ ਕੇ ਜਿਹੜੇ ਲੋਕ ਆਸਟ੍ਰੇਲੀਆ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਸਰਹੱਦਾਂ ਖੋਲ੍ਹ ਦਈਏ। ਗੱਲ ਪੜ੍ਹਾਈ ਦੀ ਚੱਲ ਰਹੀ ਹੈ। ਪੜ੍ਹਨ ਦੀ ਲਿਖਣ ਦੀ ਕੋਈ ਉਮਰ ਨਹੀਂ ਹੋਇਆ ਕਰਦੀ। ਆਮ ਤੌਰ ਤੇ ਆਪਾਂ ਤਾਂ ਢੇਰੀ ਢਾ ਲੈਂਦੇ ਹਾਂ, ਯਾਰ ਮੈਂ ਹੁਣ ਉਮਰ ਦਰਾਜ਼ ਹੋ ਗਿਆ, ਹੁਣ ਤਾਂ ਗਿਆ ਕੰਮ। ਅਸਲ ਦੇ ਵਿੱਚ ਕਹਿੰਦੇ ਨੇ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿਉਂਕਿ ਵਿਦਿਆ ਦੀ ਪ੍ਰਾਪਤੀ ਵਾਸਤੇ ਪੜ੍ਹਨ ਦੇ ਵਾਸਤੇ ਕੋਈ ਉਮਰ ਮਾਇਨੇ ਨਹੀਂ ਰੱਖਦੀ। ਮਾਇਨੇ ਕੀ ਰੱਖਦਾ? ਆਤਮ ਵਿਸ਼ਵਾਸ ਹੋਵੇ, ਬੰਦਾ ਹਾਰਡ ਵਰਕਰ ਹੋਵੇ, ਸਖਤ ਮਿਹਨਤ ਕਰਨ ਵਾਲਾ ਹੋਵੇ, ਤੇ ਇਹਨਾਂ ਤੋਂ ਵੀ ਜ਼ਰੂਰੀ ਹੈ ਕਿ ਤੁਹਾਡੀ ਲਗਨ ਹੋਵੇ। ਉਹ ਭਾਵੇਂ ਤੁਸੀਂ ਪੜ੍ਹਨਾ ਹੈ ਤੇ ਭਾਵੇਂ ਕੋਈ ਹੋਰ ਕੰਮ ਕਰਨਾ ਹੈ। ਜੇਕਰ ਤੁਹਾਡੇ ਵਿੱਚ ਸੈਲਫ ਕੌਨਫੀਡੈਂਸ ਨਹੀਂ, ਓਵਰ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ, ਸੈਲਫ ਕੌਨਫੀਡੈਂਸ ਤਾਂ ਲਾਜ਼ਮੀ ਹੈ, ਹਾਰਡ ਵਰਕਰ ਹੋਣਾ ਲਾਜ਼ਮੀ ਹੈ, ਅਤੇ ਉਹਦੇ ਨਾਲ ਨਾਲ ਤੁਹਾਡੀ ਡੈਡੀਕੇਸ਼ਨ ਭਾਵ ਲਗਨ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਸਾਰੀਆਂ ਚੀਜ਼ਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ ਇਟਾਲੀਅਨ ਦੇ ਮੂਲ ਦੇ ਇੱਕ ਵਿਅਕਤੀ। ਇਟਲੀ ਦੇ ਸੂਬੇ ਪੂਲੀਆ ਦੇ ਵਿੱਚ ਰਹਿਣ ਵਾਲੇ 88 ਵਰ੍ਹਿਆਂ ਦੇ ਇੱਕ ਡਾਕਟਰ ਆਪਣੀ 14ਵੀਂ ਡਿਗਰੀ ਦੇ ਵਾਸਤੇ ਇਸ ਵਕਤ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਨੇ। ਇਟਲੀ ਦੇ ਸ਼ਹਿਰ ਫੋਜਾ ਨੇੜੇ ਪਿੰਡ ਪੈਂਦਾ ਤਰੋਈਆ। ਤਰੋਈਆ ਪਿੰਡ ਦੇ ਵਿੱਚ ਇੱਕ ਸੇਵਾ ਮੁਕਤ ਫੈਮਿਲੀ ਡਾਕਟਰ ਨੇ, ਸਾਬਕਾ ਮੇਅਰ ਲਿਓਨਾਰਡੋ। ਉਹ 15 ਮਾਰਚ ਨੂੰ 88 ਵਰ੍ਹਿਆਂ ਦੇ ਹੋਏ ਆ। ਉਹਨਾਂ ਨੇ ਦੱਸਿਆ ਕਿ ਮੈਂ ਦੁਨੀਆ ਦਾ ਸਭ ਤੋਂ ਵੱਧ ਉਮਰ ਦਾ ਵਿਦਿਆਰਥੀ ਹਾਂ ਤੇ ਸਭ ਤੋਂ ਵੱਧ ਯੋਗਤਾ ਵਾਲਾ ਵਿਦਿਆਰਥੀ ਹਾਂ ਇੰਨੀ ਉਮਰ ਦੇ ਵਿੱਚ। ਉਹਨਾਂ ਆਪਣੀਆਂ 13 ਡਿਗਰੀਆਂ ਦੇ ਨਾਲ ਨਾਲ ਹੁਣ ਕ੍ਰਿਮੀਨੋਲੋਜੀ ਦੇ ਵਿੱਚ ਮਾਸਟਰ ਡਿਗਰੀ ਵੀ ਕੀਤੀ ਹੈ, ਜੋ ਉਹਨਾਂ ਨੇ ਹਾਲ ਹੀ ਦੇ ਵਿੱਚ ਹੈਂਗਿੰਗ ਨਾਮ ਦਾ ਥੀਸਿਸ ਪੇਸ਼ ਕਰਨ ਤੋਂ ਬਾਅਦ ਫੌਜਾਂ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਉਹਨਾਂ ਆਪਣੀ 14ਵੀਂ ਡਿਗਰੀ ਹਾਸਲ ਕਰਨ ਦੇ ਵਾਸਤੇ ਖੋਜ ਵਿਗਿਆਨ ਦੇ ਵਿੱਚ ਇੱਕ ਕੋਰਸ ਸ਼ੁਰੂ ਕਰ ਦਿੱਤਾ ਹੈ, ਅਤੇ ਆਪਣੀ ਡਾਕਟਰੀ ਦੀ ਪਹਿਲੀ ਡਿਗਰੀ ਦੱਸਣਾ ਬਣਦਾ ਕਿ ਉਹਨਾਂ ਨੇ 1969 ਦੇ ਵਿੱਚ ਇਟਲੀ ਦੀ ਸਿਏਨਾ ਸ਼ਹਿਰ ਦੀ ਇੱਕ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ। ਉਹਨਾਂ ਦੀਆਂ ਹੋਰ ਡਿਗਰੀਆਂ ਦੇ ਵਿੱਚ ਲਾਅ ਦੀ ਡਿਗਰੀ ਵੀ ਹੈ, ਪੋਲੀਟੀਕਲ ਸਾਇੰਸ ਦੀ ਡਿਗਰੀ ਵੀ ਹੈ, ਸਾਹਿਤ ਦੀ ਡਿਗਰੀ ਵੀ ਹੈ, ਪੁਰਾਤੱਤਵ ਵਿਭਾਗ ਦੇ ਨਾਲ ਕੰਮ ਕਰਦੀ ਪੈਡੋਗਲੋਜੀ ਦੀ ਵੀ ਡਿਗਰੀ ਹੈ, ਤੇ ਇਹਦੇ ਨਾਲ ਨਾਲ ਖੇਤੀਬਾੜੀ ਵਿਗਿਆਨ ਦੀ ਡਿਗਰੀ ਹੈ, ਭੋਜਨ ਵਿਗਿਆਨ ਦੀ ਡਿਗਰੀ ਹੈ, ਟੈਕਨੋਲੋਜੀ ਦੀ ਡਿਗਰੀ ਹੈ, ਹਿਸਟਰੀ ਦੀ ਡਿਗਰੀ ਹੈ, ਤੇ ਹੋਰ ਉਹਨਾਂ ਕੋਲੇ ਕਈ ਡਿਗਰੀਆਂ ਮਿਲਾ ਕੇ ਕੁੱਲ 13 ਡਿਗਰੀਆਂ ਤੇ 14ਵੀਂ ਦੀ ਇਸ ਵਕਤ ਉਹ ਪੜ੍ਹਾਈ ਕਰ ਰਹੇ ਨੇ। ਹੁਣ ਲਿਓਨਾਰਡੋ ਉਹਨਾਂ ਲੋਕਾਂ ਵਾਸਤੇ ਇੱਕ ਜਿਉਂਦੀ ਜਾਗਦੀ ਮਿਸਾਲ ਨੇ ਜਿਹੜੇ ਇਹ ਕਹਿ ਦਿੰਦੇ ਆ ਜਾਂ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਮੇਰੀ ਤਾਂ ਭਾਈ ਹੁਣ ਉਮਰ ਲੰਘ ਗਈ, ਮੈਂ ਹੁਣ ਕੀ ਪੜ੍ਹਨਾ ਹੈ। ਇਸ ਕਰਕੇ ਇਹ ਗੱਲ ਉਸ ਚੀਜ਼ ਨੂੰ ਤਸਦੀਕ ਕਰਦੀ ਹੈ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੋਇਆ ਕਰਦੀ। ਸੋ ਉਹ 88 ਵਰ੍ਹਿਆਂ ਦੇ ਹੋ ਚੁੱਕਿਆ ਤੇ ਹੁਣ ਇੱਕ ਵਾਰ ਫੇਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਦਾਖਲਾ ਲਿਆ। ਅਗਲੀ ਖਬਰ ਹੈ, ਕਹਿੰਦੇ ਕਤਲ ਸਿਰ ਚੜ੍ਹ ਕੇ ਬੋਲਦਾ ਬੰਦੇ ਦੇ। ਹਰਿਆਣਾ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਬੰਦਾ ਜਿੰਨੀਆਂ ਮਰਜ਼ੀ ਸਫਾਈਆਂ ਰੱਖ ਲਵੇ, ਆਖਰਕਾਰ ਉਹਦਾ ਝੂਠ ਵੀ ਫੜਿਆ ਜਾਂਦਾ ਹੈ, ਆਖਰਕਾਰ ਉਹਦੀ ਚੋਰੀ ਵੀ ਫੜੀ ਜਾਂਦੀ ਹੈ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਅਤੇ 2 ਬੱਚਿਆਂ ਦਾ ਕਤਲ ਕੀਤਾ। ਕਤਲ ਕਰਕੇ ਲਾਸ਼ਾਂ ਉਹਨੇ ਆਪਣੇ ਘਰ ਦੇ ਵਿੱਚ ਦਫਨਾ ਦਿੱਤੀਆਂ। ਘਰ ਦੇ ਵਿੱਚੋਂ ਲਾਸ਼ਾਂ ਦਫਨਾ ਕੇ ਉਹ ਦੌੜ ਗਿਆ। ਪੁਲਿਸ ਨੇ ਹੁਣ ਉਸ ਨੂੰ ਭਦੋਹੀ ਜ਼ਿਲ੍ਹੇ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ। ਪਾਣੀਪਤ ਪੁਲਿਸ ਦੀ ਅਪਰਾਧ ਸ਼ਾਖਾ ਦੀ 8 ਮੈਂਬਰਾਂ ਦੀ ਇੱਕ ਟੀਮ ਨੇ ਕੱਲ ਉਸ ਨੂੰ ਭਦੋਹੀ ਸ਼ਹਿਰ ਕੋਤਵਾਲੀ ਪਹੁੰਚ ਕੇ ਗ੍ਰਿਫਤਾਰ ਕੀਤਾ ਹੈ। ਉੱਥੇ ਕੋਤਵਾਲੀ ਵਿੱਚ ਇੰਸਪੈਕਟਰ ਚਿੱਤਰਕੂਟਪੁਰੀ ਨੇ ਦੱਸਿਆ ਕਿ ਅਸਲ ਦੇ ਵਿੱਚ ਮੂਲ ਰੂਪ ਨਾਲ ਮੁਜ਼ੱਫਰਨਗਰ ਜ਼ਿਲ੍ਹੇ ਦੇ ਜਾਗਾਹੇੜੀ ਦੇ ਅਹਿਸਾਨ ਤੇ ਦੋਸ਼ ਹੈ ਕਿ ਉਹਨਾਂ ਨੇ ਪਾਣੀਪਤ ਤੇ ਸਥਿਤ ਸ਼ਿਵਨਗਰ ਦੇ ਵਾਰਡ ਨੰਬਰ 6 ਦੇ ਵਿੱਚ ਆਪਣੀ ਪਤਨੀ ਅਤੇ 2 ਬੱਚੇ ਜਿਨ੍ਹਾਂ ਦੀ ਉਮਰ 10 ਅਤੇ 14 ਸਾਲ ਸੀ ਉਹਨਾਂ ਦਾ ਕਤਲ ਕੀਤਾ। ਤਿੰਨੇ ਹੀ ਲਾਸ਼ਾਂ ਆਪਣੇ ਘਰ ਦੇ ਵਿੱਚ ਦਫਨਾ ਦਿੱਤੀਆਂ। ਤੇ ਫਿਰ ਅਹਿਸਾਨ ਨੇ ਕੀ ਕੀਤਾ ਕਿ ਕਿਸੇ ਨੂੰ ਕਿਹੜਾ ਕੋਈ ਪਤਾ ਲੱਗਣਾ ਹੈ, ਆਪਣੇ ਘਰ ਨੂੰ ਜਗਦੀਸ਼ਪੁਰ ਦੇ ਪਵਨ ਨਾਂ ਦੇ ਇੱਕ ਵਿਅਕਤੀ ਨੂੰ ਵੇਚ ਦਿੱਤਾ ਅਤੇ 3 ਸਾਲ ਪਹਿਲਾਂ ਇਹ ਘਰ ਵੇਚ ਕੇ ਉੱਥੋਂ ਫੁਰਰ ਹੋ ਗਿਆ ਅਤੇ ਉਹਨੂੰ ਲੱਗਦਾ ਸੀ ਕਿ ਇਹ ਗੱਲ ਬਾਹਰ ਨਿਕਲ ਨਹੀਂ ਸਕਦੀ, ਕਿਉਂਕਿ ਮੁਰਦਾ ਦਫਨ, ਕੰਮ ਤਮਾਮ, ਘਰ ਵੇਚ ਗਿਆ, ਸ਼ਹਿਰ ਬਦਲ ਗਿਆ, ਇਲਾਕਾ ਹੀ ਛੱਡ ਗਿਆ। ਹੁਣ ਚਿੱਤਰਕੂਟਪੁਰੀ ਨੇ ਪਾਣੀਪਤ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ
ਪਵਨ ਦੇ ਘਰ ਜਿਹੜਾ ਘਰ ਪਹਿਲਾਂ ਇਹਦਾ ਅਹਿਸਾਨ ਦਾ ਹੋਇਆ ਕਰਦਾ ਸੀ, ਲਗਾਤਾਰ ਕੀੜੀਆਂ ਬਹੁਤ ਪੈਦਾ ਹੋ ਗਈਆਂ। ਹੁਣ ਕੀੜੀਆਂ ਨੇ ਜਸੂਸੀ ਕੀਤੀ, ਜਿਸ ਦੇ ਕਾਰਨ ਇਹ ਵਿਅਕਤੀ ਕਤਲ ਦੇ ਦੋਸ਼ ਦੇ ਵਿੱਚ, ਤੀਹਰੇ ਕਤਲ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕੀੜੀਆਂ ਲਗਾਤਾਰ ਵਧਣ ਲੱਗੀਆਂ। ਹੁਣ ਉਹਨੇ ਬਥੇਰੀ ਦਵਾਈ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੀੜੀਆਂ ਘਟਣ ਦੀ ਬਜਾਏ ਵਧੀ ਗਈਆਂ। ਹੁਣ ਉਹਨੇ ਫਿਰ ਉੱਥੇ ਖੋਦਣਾ ਸ਼ੁਰੂ ਕਰ ਦਿੱਤਾ ਕਿ ਕੀੜੀਆਂ ਦੇ ਖਾਣ ਵਾਸਤੇ ਇੱਥੇ ਹੈ ਕੀ, ਜਿਹੜੀਆਂ ਲਗਾਤਾਰ ਕੀੜੀਆਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਨੇ। ਜਦ ਖੁਦਾਈ ਦਾ ਕੰਮ ਸ਼ੁਰੂ ਕੀਤਾ, ਉੱਥੋਂ ਇੱਕ ਔਰਤ ਅਤੇ 2 ਬੱਚਿਆਂ ਦੇ ਪਿੰਜਰ ਮਿਲ ਗਏ। ਬੜਾ ਹੈਰਾਨ ਹੋਇਆ ਕਿ ਘਰ ਦੇ ਅੰਦਰੋਂ ਪਿੰਜਰਾਂ ਦਾ ਮਿਲਣਾ, ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਇਸ ਪਵਨ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਜਾਂਚ ਕਰਨ ਲੱਗੀ। ਪਵਨ ਨੇ ਫਿਰ ਦੱਸਿਆ, ਉਹਨੂੰ ਜਦੋਂ ਪੁੱਛ ਪੜਤਾਲ ਕੀਤੀ ਕਿ ਘਰ ਦਾ ਤੂੰ ਮਾਲਕ ਹੈ? ਕਹਿੰਦਾ ਬਿਲਕੁਲ ਮਾਲਕ ਹਾਂ। ਕਿੰਨੀ ਦੇਰ ਹੋ ਗਈ? ਕਹਿੰਦਾ ਜੀ 3 ਸਾਲ ਹੋ ਗਏ। ਫਿਰ ਪਤਾ ਲੱਗਿਆ ਕਿ 3 ਸਾਲ ਪਹਿਲਾਂ ਇਹ ਘਰ ਕਿਹਦਾ ਸੀ। ਉਹਨੇ ਦੱਸਿਆ ਕਿ ਅਹਿਸਾਨ ਨਾਂ ਦਾ ਵਿਅਕਤੀ ਸੀ, ਮੈਂ ਉਹਦੇ ਕੋਲੋਂ ਇਹ ਮਕਾਨ ਖਰੀਦ ਲਿਆ ਸੀ। ਫਿਰ ਪਤਾ ਕੀਤਾ ਗਿਆ ਕਿ ਅਹਿਸਾਨ ਫਿਰ ਕਿੱਥੇ ਹੈ। ਅਹਿਸਾਨ ਦੀ ਫਿਰ ਲੋਕੇਸ਼ਨ ਲੱਭ ਲਈ ਗਈ ਫੋਨ ਦੀ। ਉਹਦਾ ਪਤਾ ਲੱਗਿਆ ਕਿ ਮਰਿਆਦ ਪੱਟੀ ਸਥਿਤ ਕਾਂਸ਼ੀ ਰਾਮ ਰਿਹਾਇਸ਼ ਦੇ ਵਿੱਚ ਇੱਕ ਕਲੋਨੀ ਦੇ ਵਿੱਚ ਉਹ ਰਹਿ ਰਿਹਾ ਹੈ। ਜਿਸ ਤੋਂ ਬਾਅਦ ਭਦੋਹੀ ਅਤੇ ਪਾਣੀਪਤ ਪੁਲਿਸ ਦੀ ਟੀਮ ਨੇ ਸਾਂਝੇ ਛਾਪੇਮਾਰੀ ਕੀਤੀ ਤੇ ਫਲੈਟ ਦੇ ਵਿੱਚੋਂ ਅਹਿਸਾਨ ਨੂੰ ਗ੍ਰਿਫਤਾਰ ਕਰ ਲਿਆ। ਕਲੋਨੀ ਵਿੱਚ ਰਹਿਣ ਵਾਲੇ ਗੁਆਂਢੀਆਂ ਨੇ ਦੱਸਿਆ ਕਿ ਅਹਿਸਾਨ ਇੱਥੇ 2.5 ਸਾਲਾਂ ਤੋਂ ਇੱਕ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ, ਪਰ ਅਹਿਸਾਨ ਭੁੱਲ ਹੀ ਚੁੱਕਿਆ ਸੀ ਕਿ ਕਤਲ ਨੇ ਇੱਕ ਦਿਨ ਮੇਰੇ ਸਿਰ ਚੜ੍ਹ ਕੇ ਬੋਲਣਾ ਹੈ। ਕੀੜੀਆਂ ਦੀ ਜਸੂਸੀ, ਜਿਹੜੀ 3 ਸਾਲਾਂ ਤੋਂ ਕਿਸੇ ਨੂੰ ਇਲਮ ਹੀ ਨਹੀਂ ਸੀ ਕਿ ਅਹਿਸਾਨ, ਲੋਕਾਂ ਨੇ ਸੋਚਿਆ ਆਂਢ ਗੁਆਂਢ ਦੇ ਨਾਲ ਕਿ ਅਹਿਸਾਨ ਨੇ ਇੱਥੋਂ ਘਰ ਵੇਚ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਉਹ ਮੂਵ ਹੋ ਗਿਆ, ਸ਼ਾਇਦ ਉਹਦਾ ਪਰਿਵਾਰ ਵੀ ਉਹਦੇ ਨਾਲ ਹੀ ਹੋਣਾ। ਪਰ ਜੇ ਕੀੜੀਆਂ ਉੱਥੇ ਭੌਣ ਨਾ ਬਣਾਉਂਦੀਆਂ ਤਾਂ ਸ਼ਾਇਦ ਇਹ ਕਾਤਲ ਗ੍ਰਿਫਤਾਰ ਨਾ ਕੀਤਾ ਜਾਂਦਾ। ਤੇ ਅਗਲੀ ਖਬਰ ਭਾਰਤ ਦੀ ਚੋਣ ਨੂੰ ਲੈ ਕੇ ਹੈ। ਸਾਲ 2024 ਦੇ ਵਿੱਚ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ। ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਨਾਗਰਿਕਤਾ ਭਾਰਤੀ ਹੈ ਪਰ ਰਹਿੰਦੇ ਬਾਹਰ ਨੇ, ਜਿਨ੍ਹਾਂ ਨੂੰ ਆਪਾਂ NRIs ਕਹਿੰਦੇ ਹਾਂ। ਹੁਣ 2024 ਦੇ ਵਿੱਚ ਲੋਕ ਸਭਾ ਜਿਹੜੀ ਚੋਣ ਹੋਵੇਗੀ, ਜਾਣਕਾਰੀ ਮਿਲ ਰਹੀ ਹੈ ਕਿ ਵਿਦੇਸ਼ ਤੋਂ ਬੈਠੇ ਇਲੈਕਟ੍ਰੋਨਿਕ ਟਰਾਂਸਫਰ ਪੋਸਟਲ ਸਿਸਟਮ, ਜਿਸ ਨੂੰ ETBS ਵੋਟਿੰਗ ਸਿਸਟਮ ਕਹਿੰਦੇ ਆ, ਉਹਦੇ ਰਾਹੀਂ ਇਹ ਲੋਕ ਵੋਟ ਪਾ ਸਕਣਗੇ। ਇਸ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਇੱਕ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਹੈ, ਜਿਸ ਦੀ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਨੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ IIT ਮਦਰਾਸ ਅਤੇ ਕਈ ਹੋਰ IIT ਅਤੇ ਕਈ ਹੋਰ ਮੁੱਖ ਸੰਸਥਾਵਾਂ ਜਿਹੜੀਆਂ ਟੈਕਨੀਕਲ ਐਕਸਪਰਟ ਨੇ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਰਿਮੋਟ ਵੋਟਿੰਗ ਨੂੰ ਸਮਰੱਥ ਬਣਾਉਣ ਦੇ ਵਾਸਤੇ ਇੱਕ ਖੋਜ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪ੍ਰਸਤਾਵ ਦੇ ਵਿੱਚ ਇਹ ਤੈਅ ਹੋਇਆ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਵਿਦੇਸ਼ ਵਿੱਚ ਭਾਰਤੀ ਮਿਸ਼ਨ ਮੈਨ ਪਾਵਰ 'ਚ ਵਾਧਾ ਕੀਤਾ ਜਾਵੇ ਤਾਂ ਜੋ NRI ਲਈ ਪੋਸਟਲ ਵੋਟਿੰਗ ਸ਼ੁਰੂ ਕੀਤੀ ਜਾ ਸਕੇ। ਇਸ ਗੱਲ ਦੀ ਪੁਸ਼ਟੀ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਕੀਤੀ ਹੈ ਤੇ ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਉਹ ਗੱਲ ਕਰ ਰਹੇ ਸੀ। ਜੇਕਰ ਉਹ ਪਾਇਲਟ ਪ੍ਰੋਜੈਕਟ ਕਹਿੰਦੇ ਕਾਮਯਾਬ ਹੋ ਗਿਆ ਤਾਂ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਜਾਪਾਨ, ਆਸਟ੍ਰੇਲੀਆ, ਜਰਮਨੀ, ਫਰਾਂਸ, ਜਿੱਥੇ ਦੱਖਣੀ ਅਫਰੀਕਾ ਜਾਂ ਹੋਰਨਾਂ ਮੁਲਕਾਂ ਦੇ ਵਿੱਚ NRI ਰਹਿੰਦੇ ਹੈ, ਪੋਸਟਲ ਵੋਟਿੰਗ ਦੀ ਵਰਤੋਂ ਕਰਕੇ ਉਹ ਵੋਟਾਂ ਪਾ ਸਕਣਗੇ। ਫਿਲਹਾਲ ਦੱਸਣਾ ਬਣਦਾ ਕਿ ਭਾਰਤ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ NRI ਬਹੁਤ ਖਰਚਾ ਕਰਕੇ ਚੋਣਾਂ ਵਿੱਚ ਭਾਗ ਲੈ ਪਾਉਂਦੇ ਸੀ। ਬਲੌਕਚੇਨ ਤਕਨੀਕ ਦੇ ਨਾਲ ਚੋਣਾਂ ਹੋਣਗੀਆਂ। ਹੁਣ ਬਲੌਕਚੇਨ ਕੀ ਹੈ? ਬਲੌਕਚੇਨ ਅਸਲ ਦੇ ਵਿੱਚ ਇੱਕ ਅਜਿਹੀ ਟੈਕਨੋਲੋਜੀ ਹੈ ਜਾਂ ਤਕਨੀਕ ਹੈ ਜਿਸ ਨਾਲ ਇਹ ਸੰਭਵ ਹੋ ਸਕੇਗਾ। ਇਸ ਤਕਨੀਕ ਦੇ ਮੁਤਾਬਕ ਮੰਨ ਲਓ ਭਾਰਤ ਦਾ ਕੋਈ ਵਿਅਕਤੀ ਲੰਡਨ ਦੇ ਵਿੱਚ ਬੈਠਾ ਪਰ ਵੋਟਰ ਹੈ, ਵੈਨਕੂਵਰ ਦੇ ਵਿੱਚ, ਸਰੀ ਵਿੱਚ ਬੈਠਾ ਪਰ ਵੋਟਰ ਹੈ। ਵੋਟਾਂ ਦੇ ਸਮੇਂ ਉਹਨੂੰ ਵੋਟ ਪਾਉਣ ਵਾਸਤੇ ਜੇਕਰ ਉਹ ਲੰਡਨ 'ਚ ਹੈ ਤਾਂ ਉਹਨੂੰ ਲੰਡਨ ਦੇ ਵਿੱਚ ਇੱਕ ਨਿਰਧਾਰਤ ਸਥਾਨ ਤੇ ਪਹੁੰਚਣਾ ਹੋਏਗਾ। ਵੈਨਕੂਵਰ 'ਚ ਤਾਂ ਵੈਨਕੂਵਰ ਦੇ ਵਿੱਚ ਇੱਕ ਨਿਰਧਾਰਤ ਸਥਾਨ ਤੇ ਪਹੁੰਚਣਾ ਹੋਏਗਾ। ਇਸ ਦੇ ਲਈ ਉਸ ਨੂੰ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਅਰਜ਼ੀ ਦੇਣੀ ਪਏਗੀ, ਐਪਲੀਕੇਸ਼ਨ ਦੇਣੀ ਪਏਗੀ। ਇਸ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਾਸਤੇ ਚੋਣ ਕਮਿਸ਼ਨ ਵਿਦੇਸ਼ਾਂ ਵਿੱਚ ਅਧਿਕਾਰੀਆਂ ਸਮੇਤ ਕਰਮਚਾਰੀ ਵੀ ਤਾਇਨਾਤ ਕਰੇਗਾ, ਜਿੱਥੇ ਉਹ ਫਿਰ ਆਪਣੀ ਵੋਟ ਪਾ ਸਕੇਗਾ। ਹੁਣ NRI ਹੁਣ ਵੀ ਵੋਟਿੰਗ ਕਰਦੇ ਹੋਣਗੇ ਤੇ ਉਹ ਕਿਵੇਂ ਕਰਦੇ ਆ? ਮੌਜੂਦਾ ਸਮੇਂ ਦੇ ਵਿੱਚ ਪ੍ਰਵਾਸੀ ਭਾਰਤੀ ਉਸ ਚੋਣ ਖੇਤਰ ਵਿੱਚ ਵੋਟ ਪਾ ਸਕਦੇ ਆ ਜਿਸ ਵਿੱਚ ਉਹ ਰਿਹਾਇਸ਼ ਉਹਨਾਂ ਦੀ ਹੋਵੇ, ਜਿਸ ਦਾ ਜ਼ਿਕਰ ਉਹਨਾਂ ਦੇ ਪਾਸਪੋਰਟ ਦੇ ਵਿੱਚ ਕੀਤਾ ਹੋਵੇ। ਰਿਪੋਰਟ ਦੇ ਮੁਤਾਬਕ ਅਨੁਮਾਨਿਤ 1 ਕਰੋੜ ਭਾਰਤੀ ਨੇ ਜਿਹੜੇ ਇਸ ਵਕਤ ਵਿਦੇਸ਼ਾਂ ਵਿੱਚ ਨੇ। ਇਹਨਾਂ ਵਿੱਚੋਂ ਲਗਭਗ 60 ਲੱਖ ਵੋਟ ਪਾਉਣ ਦੀ ਇਸ ਵਕਤ ਉਮਰ ਦੇ ਹੋ ਸਕਦੇ ਹੈ।
ਉੱਥੇ ਮੌਜੂਦਾ ਸਮੇਂ ਵਿੱਚ ਸਿਰਫ ਸਰਵਿਸ ਵੋਟਾਂ ਲਈ ETBS ਮੁਹੱਈਆ ਕਰਵਾਇਆ ਜਾਂਦਾ ਹੈ। ਹੁਣ 2024 ਦੀ ਜਦੋਂ ਲੋਕ ਸਭਾ ਚੋਣ ਹੋਵੇਗੀ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਪਾਇਲਟ ਪ੍ਰੋਜੈਕਟ ਜਿਸ ਨੂੰ ਸਖਤ ਮਿਹਨਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਪ੍ਰੋਜੈਕਟ ਸਹੀ ਰਿਹਾ ਤਾਂ 2024 ਦੇ ਵਿੱਚ ਅਮਲੀ ਰੂਪ ਦੇ ਵਿੱਚ ਲੋਕ ਸਭਾ ਦੀ ਚੋਣ ਦੇ ਵਿੱਚ ਆਪਣਾ ਹਿੱਸਾ ਪਾ ਸਕਣਗੇ, ਯੋਗਦਾਨ ਪਾ ਸਕਣਗੇ। ਪਰ ਹੁਣ ਆਮ ਤੌਰ ਤੇ ਜਿਹੜੀ 2024 ਦੀ VOTING ਸਿਸਟਮ ਹੋਏਗਾ, ਜਿਹਦੇ ਵਿੱਚ ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਬਾਹਰਲੇ ਮੁਲਕ ਵਿੱਚ ਰਹਿੰਦੇ ਲੋਕ ਵੋਟ ਪਾ ਸਕਣਗੇ, ਤਾਂ ਫਿਰ ਉਹ ਵੋਟ ਪਾਉਣਗੇ ਕਿਹਦੇ ਹੱਕ ਵਿੱਚ? ਉਹਨਾਂ ਨੂੰ ਪ੍ਰਚਾਰ ਕਿਵੇਂ ਕੀਤਾ ਜਾਏਗਾ? ਇਹ ਬਹੁਤ ਵੱਡੇ ਸਵਾਲ ਹੋਣਗੇ। ਪਰ ਚੋਣ ਕਮਿਸ਼ਨ ਨੇ ਇਸ ਯੋਜਨਾ ਨੂੰ ਲਾਗੂ ਕਰਨ ਦੇ ਵਾਸਤੇ ਕਿਹਾ ਸੀ ਕਿ ਅਸੀਂ ਆ ਜਿਹੜੇ ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਇਹਨਾਂ ਚੋਣਾਂ ਤੋਂ ਬਾਅਦ ਇਸ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰ ਕਰਾਂਗੇ ਅਤੇ ਉਹਦੇ ਉੱਤੇ ਕੰਮ ਵਿੱਢ ਦਿਆਂਗੇ। ਅਗਲੀ ਖਬਰ ਹੈ ਜਿਹੜੀ, ਉਹ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਖਬਰ ਹੈ। ਮਾਛੀਵਾੜਾ ਤੋਂ ਖਬਰ ਮਿਲ ਰਹੀ ਹੈ ਕਿ ਇੱਕੋ ਹੀ ਪਰਿਵਾਰ ਦੇ 4 ਜੀ ਪਤਾ ਹੀ ਨਹੀਂ ਕਿੱਥੇ ਚਲੇ ਗਏ, ਭੇਦ ਭਰੇ ਢੰਗ ਨਾਲ ਲਾਪਤਾ ਹੋ ਗਿਆ। ਲੋਕਾਂ ਦੇ ਵਿੱਚ ਕੁਰਬਲ ਹੋ ਰਹੀ ਹੈ। ਮਾਛੀਵਾੜਾ ਦਾ ਜਿਹੜਾ ਇਹ ਪਰਿਵਾਰ ਆ, ਜਿਹਦੇ 4 ਜੀ ਬੀਤੀ 23 ਮਾਰਚ ਦੀ ਸਵੇਰ ਤੋਂ ਲੱਭ ਨਹੀਂ ਰਹੇ, ਬੜਾ ਨਾਮੀ ਪਰਿਵਾਰ ਹੈ, ਅਸਰ ਰਸੂਖ ਰੱਖਣ ਵਾਲਾ ਪਰਿਵਾਰ ਹੈ। ਪੂਰੇ ਇਲਾਕੇ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਿ ਗਏ ਕਿੱਥੇ। ਇਹ ਵੀ ਪਤਾ ਲੱਗ ਰਿਹਾ ਕਿ ਇਸ ਪਰਿਵਾਰ ਦੇ ਵੱਲੋਂ ਕਰੋੜਾਂ ਰੁਪਏ ਦੀ ਦੇਣਦਾਰੀ ਵੀ ਹੈ, ਜਿਸ ਕਾਰਨ ਪੈਸੇ ਲੈਣ ਵਾਲੇ ਲੋਕ ਆਲਾ ਦੁਆਲਾ ਦੇਖ ਰਹੇ ਹਨ ਤੇ ਉਹਨਾਂ ਦੇ ਹੋਸ਼ ਉੜੇ ਪਏ ਨੇ ਤੇ ਬੰਦੇ ਜੇ ਨਾ ਲੱਭੇ ਤੇ ਸਾਡੇ ਪੈਸੇ ਦਾ ਕੀ ਹੋਏਗਾ। ਮਿਲੀ ਜਾਣਕਾਰੀ ਦੇ ਮੁਤਾਬਕ ਮਾਛੀਵਾੜਾ ਦਾ ਰਹਿਣ ਵਾਲਾ ਨੌਜਵਾਨ ਅਭਿਸ਼ੇਕ ਕੁਮਾਰ, ਜੋ ਕਿ ਡਾਕਖਾਨੇ ਦੇ ਵਿੱਚ ਬਤੌਰ ਇੱਕ ਏਜੰਟ ਕੰਮ ਕਰਦਾ ਸੀ ਅਤੇ ਨਾਲ ਕਮੇਟੀਆਂ ਦਾ ਕਾਰੋਬਾਰ ਵੀ ਕਰਦਾ ਸੀ, ਤੇ ਇਸ ਪਰਿਵਾਰ ਦਾ ਮਾਛੀਵਾੜੇ ਦੇ ਵਿੱਚ ਚੰਗਾ ਅਸਰ ਰਸੂਖ ਵੀ ਸੀ। ਲੋਕਾਂ ਦੇ ਵਿੱਚ ਉਹਦਾ ਵਿਸ਼ਵਾਸ ਵੀ ਬੜਾ ਸੀ, ਜਿਸ ਕਾਰਨ ਸੈਂਕੜੇ ਲੋਕ ਕਮੇਟੀਆਂ ਪਾਉਂਦੇ ਸੀ। ਉੱਥੇ ਹੀ ਹਜ਼ਾਰਾਂ ਲੋਕ ਡਾਕ ਘਰ ਵਿੱਚ ਆਪਣੇ ਬਚਤ ਖਾਤੇ ਵੀ ਇਸ ਏਜੰਟ ਰਾਹੀਂ ਉਹਦੇ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਸੀ। ਪਰ ਅਚਨਚੇਤ 23 ਮਾਰਚ ਦੀ ਸਵੇਰ ਇਹ ਪਰਿਵਾਰ ਘਰੋਂ ਭੇਦ ਭਰੇ ਢੰਗ ਨਾਲ ਲਾਪਤਾ ਹੋ ਗਿਆ। ਇਹਨਾਂ ਸਾਰਿਆਂ ਦੇ ਮੋਬਾਈਲ ਫੋਨ ਬੰਦ ਆ ਰਹੇ ਹੈ। ਘਰ ਦੇ ਵਿੱਚ ਉਹਨਾਂ ਦੀ ਨਾ ਕੋਈ ਗੱਡੀ ਨਾ ਕੋਈ ਮੋਟਰ ਕਾਰ ਮੌਜੂਦ ਨਹੀਂ ਹੈ। ਇਸ ਪਰਿਵਾਰ ਦੇ 4 ਮੈਂਬਰ ਅਭਿਸ਼ੇਕ ਕੁਮਾਰ, ਉਸਦੇ ਮਾਤਾ ਪਿਤਾ ਤੇ ਭੈਣ, ਪਤਾ ਨਹੀਂ ਲੱਗ ਰਿਹਾ ਕਿ ਹੈ ਕਿਤੇ। ਲਾਪਤਾ ਹੋਣ ਤੋਂ ਬਾਅਦ ਸ਼ਾਮ ਵਕਤ ਸ਼ਹਿਰ ਦੇ ਅੰਦਰ ਹੜਕੰਪ ਮੱਚਿਆ ਪਿਆ ਸੀ, ਕਿਉਂਕਿ ਲੋਕਾਂ ਦਾ ਕਰੋੜਾਂ ਰੁਪਇਆ ਉਹਨਾਂ ਦੇ ਵੱਲ। ਲੋਕਾਂ ਦੇ ਵੱਲੋਂ ਜਦੋਂ ਇੱਕ ਦੂਸਰੇ ਨੂੰ ਆਪਣੀ ਰਕਮ ਸਾਂਝੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹਨਾਂ ਦੇ ਸਿਰ ਤਾਂ ਕਰੋੜਾਂ ਰੁਪਏ ਦਾ ਕਰਜ਼ਾ ਹੈ, ਉਹ ਵੀ ਲੋਕਾਂ ਦਾ। ਹਜ਼ਾਰਾਂ ਲੋਕ ਉਹ ਨੇ ਜਿਹੜੇ ਡਾਕ ਘਰ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਵਾਉਂਦੇ ਸੀ ਅਤੇ ਇਸ ਏਜੰਟ ਰਾਹੀਂ ਕਰਵਾਉਂਦੇ ਸੀ। ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਘਰ ਅੱਗੇ ਵੀ ਲੋਕ ਗੇੜੇ ਮਾਰ ਰਹੇ ਨੇ ਤੇ ਡਾਕਖਾਨੇ ਦੇ ਅੱਗੇ ਵੀ, ਡਾਕ ਘਰ ਦੇ ਅੱਗੇ ਵੀ ਤਾਂਤਾ ਲੱਗਿਆ ਰਿਹਾ। ਆਪੋ ਆਪਣੇ ਖਾਤਿਆਂ ਦੀ ਜਾਂਚ ਕਰਵਾਉਣ ਲੱਗੇ ਸੀ ਲੋਕ। ਉਹ ਇਹ ਜਾਣਨਾ ਚਾਹੁੰਦੇ ਸੀ ਕਿ ਜਿਹੜੇ ਪੈਸੇ ਅਸੀਂ ਇਸ ਏਜੰਟ ਨੂੰ ਦਿੰਦੇ ਸੀ, ਸਾਡੇ ਖਾਤਿਆਂ ਦੇ ਵਿੱਚ ਸੁਰੱਖਿਅਤ ਹਨ ਵੀ ਜਾਂ ਨਹੀਂ। ਫਿਲਹਾਲ ਡਾਕਖਾਨੇ ਦੇ ਵੱਲੋਂ, ਡਾਕ ਘਰ ਦੇ ਵੱਲੋਂ ਇਸ ਸੰਬੰਧੀ ਕੋਈ ਘਪਲੇਬਾਜ਼ੀ ਦੀ ਪੁਸ਼ਟੀ ਤਾਂ ਨਹੀਂ ਕੀਤੀ ਗਈ, ਪਰ ਲੋਕਾਂ ਨੂੰ ਡਰ ਪੂਰਾ ਹੈ ਕਿ ਜਦੋਂ ਤੱਕ ਉਹਨਾਂ ਵੱਲੋਂ ਜਮ੍ਹਾਂ ਕਰਵਾਏ ਪੈਸੇ ਦੀ ਸਥਿਤੀ ਸਪਸ਼ਟ ਨਹੀਂ ਹੋ ਜਾਂਦੀ, ਉਨੀ ਦੇਰ ਤਾਂ ਉਹ ਭੈ ਭੀਤ ਰਹਿਣਗੇ। ਲਾਪਤਾ ਹੋਏ ਪਰਿਵਾਰਕ ਮੈਂਬਰਾਂ ਦੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਦੇ ਇਸ ਭੇਦ ਭਰੇ ਢੰਗ ਨਾਲ ਲਾਪਤਾ ਹੋ ਜਾਣ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਦੂਸਰੇ ਪਾਸੇ ਥਾਣਾ ਮੁਖੀ ਨੇ ਦੱਸਿਆ ਕਿ ਉਹਨਾਂ ਕੋਲ ਹਾਲੇ ਤੱਕ ਕਿਸੇ ਵੀ ਵਿਅਕਤੀ ਨੇ ਘਪਲੇਬਾਜ਼ੀ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਕੇਵਲ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਉਹਨਾਂ ਨੂੰ ਮਿਲ ਚੁੱਕੀ ਹੈ। ਉਹਦੇ ਉੱਤੇ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਵੀ ਲਿਆਂਦੀ ਜਾ ਰਹੀ ਹੈ। ਉਹਨਾਂ ਨੂੰ ਲੱਭਿਆ ਜਾ ਰਿਹਾ ਹੈ। ਪਤਾ ਨਹੀਂ ਗਏ ਕਿਉਂ ਨੇ, ਕਿੱਥੇ ਗਏ ਨੇ, ਕੀ ਕਿਸੇ ਨੇ ਅਗਵਾ ਕੀਤੇ ਹੈ ਜਾਂ ਉਹ ਲੋਕਾਂ ਦਾ ਪੈਸਾ ਮਾਰ ਕੇ ਭੱਜ ਗਏ ਹੈ। ਇਸ ਮਾਮਲੇ ਦੇ ਉੱਤੇ ਹੁਣ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਅਗਲੀ ਖਬਰ ਅੱਜ ਦੀ ਬਹੁਤ ਵੱਡੀ ਖਬਰ ਆਖੀ ਜਾ ਸਕਦੀ ਹੈ। ਟਿਕਰੀ ਸਰਹੱਦ ਤੇ ਇੱਕ ਕਿਸਾਨ ਦਾ ਕਤਲ ਕਰ ਦਿੱਤਾ ਗਿਆ। ਭੇਦ ਭਰੇ ਢੰਗ ਨਾਲ ਕਤਲ ਹੋਇਆ ਤੇ ਕਤਲ ਕੌਣ ਕਰ ਗਿਆ? ਪਿੰਡ ਬੱਲੋ ਦਾ ਇੱਕ ਗਰੀਬ ਕਿਸਾਨ ਟਿਕਰੀ ਸਰਹੱਦ ਤੇ ਗਿਆ ਸੀ, ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਸਰਹੱਦਾਂ ਦੇ ਉੱਤੇ ਇਸ ਵਕਤ ਕਿਸਾਨ ਧਰਨਾ ਮਾਰੀ ਬੈਠੇ ਆ, ਰੋਸ ਪ੍ਰਦਰਸ਼ਨ ਕਰ ਰਹੇ ਆ। ਖਬਰ ਬੜੀ ਦਰਦਨਾਕ ਹੈ। ਪਿੰਡ ਦੇ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਪਿੰਡ ਵੱਲੋ ਦਾ ਰਹਿਣ ਵਾਲਾ ਹਾਕਮ ਸਿੰਘ ਪੁੱਤਰ ਛੋਟਾ ਸਿੰਘ, ਜੋ ਅੱਜ ਹੀ ਕਹਿੰਦੇ ਟਿਕਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ ਵਿੱਚ ਪਹੁੰਚਿਆ ਸੀ, ਪਰ ਉਹਦੀ ਲਾਸ਼ ਮਿਲੀ ਹੈ ਤੇ ਉਹਦਾ ਗਲ ਵੱਢਿਆ ਹੋਇਆ। ਉਮਰ ਇਸ ਵਿਅਕਤੀ ਦੀ ਲਗਭਗ 60 ਸਾਲ ਦੱਸੀ ਗਈ ਹੈ। ਉਹਨਾਂ ਦੱਸਿਆ ਕਿ ਹਾਲੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਹੀ ਨਹੀਂ ਲੱਗ ਸਕਿਆ।
ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਇਹਦੀ ਸੂਚਨਾ ਥਾਣਾ ਸਦਰ ਰਾਮਪੁਰਾ ਦੇ ਵਿੱਚ ਦਿੱਤੀ। ਪੁਲਿਸ ਨੇ ਸੰਬੰਧਿਤ ਪਿੰਡ ਦੇ ਪਤਵੰਤਿਆਂ ਨੂੰ ਇਸ ਦੇ ਬਾਰੇ ਸੂਚਿਤ ਕਰ ਦਿੱਤਾ ਕਿ ਭਾਈ ਤੁਹਾਡੇ ਪਿੰਡ ਦਾ ਫਲਾਣਾ ਬੰਦਾ ਉਹਦਾ ਟਿਕਰੀ ਸਰਹੱਦ ਤੇ ਕਤਲ ਹੋ ਗਿਆ। ਉਹਨਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕਰ ਰਹੀ ਹੈ। ਪਿੰਡ ਦੇ ਵਿੱਚ ਜਦੋਂ ਇਹ ਖਬਰ ਪਹੁੰਚੀ ਕਿ ਫਲਾਣੇ ਬੰਦੇ ਦਾ ਬੜਾ ਗਰੀਬ ਬੰਦਾ ਹੈ, ਕਿਸੇ ਨਾਲ ਦੁਸ਼ਮਣੀ ਉਹਦੀ ਨਹੀਂ, ਰੌਲਾ ਉਹਦਾ ਨਹੀਂ, ਝਗੜਾ ਉਹ ਨਹੀਂ, ਤੇ ਜਦੋਂ ਇਹ ਪਿੰਡ ਵਿੱਚ ਪਤਾ ਲੱਗਿਆ ਤੇ ਸੋਗ ਦੀ ਲਹਿਰ ਹੈ। ਵੱਡੀ ਗਿਣਤੀ ਵਿੱਚ ਲੋਕ ਦਿੱਲੀ ਬਾਰਡਰ ਵਾਸਤੇ ਪਿੰਡ ਤੋਂ ਰਵਾਨਾ ਵੀ ਹੋ ਗਏ ਆ। ਅਸਲ ਦੇ ਵਿੱਚ ਕਿਸੇ ਕਿਸਾਨ ਦਾ ਟਿਕਰੀ ਸਰਹੱਦ ਤੇ ਮੋਰਚੇ ਤੇ ਚੱਲ ਰਹੇ ਇੰਜ ਕਤਲ ਦੀ ਇਹ ਪਹਿਲੀ ਵਾਰਦਾਤ ਹੈ। ਇਸ ਕਰਕੇ ਇਸ ਵਕਤ ਬੜਾ ਨਾਜ਼ੁਕ ਸਥਿਤੀ ਹੈ, ਨਾਜ਼ੁਕ ਮੋੜ ਹੈ ਕਿ ਕਿਸੇ ਕਿਸਾਨ ਦਾ, ਉਹ ਵੀ ਗਰੀਬ ਕਿਸਾਨ ਦਾ, ਕਿਉਂਕਿ ਲੁੱਟ ਖੋਹ ਵਾਲਾ ਮਸਲਾ ਕੋਈ ਨਹੀਂ ਹੋ ਸਕਦਾ। ਇਹ ਨਹੀਂ ਕਿ ਉਹਦੀ ਜੇਬ ਨੋਟਾਂ ਨਾਲ ਲੱਦੀ ਸੀ, ਇਹ ਨਹੀਂ ਕਿ ਉਹਦੇ ਸੋਨੇ ਦੇ ਚੀਨੀਆਂ ਪਾਈਆਂ ਹੋਈਆਂ ਸੀ, ਇਹ ਨਹੀਂ ਸੀ ਕਿ ਉਹਦੀ ਕਿਸੇ ਨਾਲ ਲਾਗ ਡਾਟ ਸੀ, ਇਹ ਨਹੀਂ ਸੀ ਕਿ ਉਹ ਪਿੰਡ ਵਿੱਚ ਕਿਸੇ ਨਾਲ ਲੜਾਈ ਝਗੜਾ ਕਰਦਾ ਸੀ। ਟਿਕਰੀ ਸਰਹੱਦ ਤੇ ਇੱਕ ਕਿਸਾਨ ਦਾ ਕਤਲ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਵਾਰਦਾਤ ਵਜੋਂ ਦੇਖਿਆ ਜਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਇਹ ਵੀ ਹੈ ਕਿ ਕਿਤੇ ਡਰ, ਕਿਤੇ ਸਹਿਮ ਦਾ ਮਾਹੌਲ ਤਾਂ ਨਹੀਂ ਪੈਦਾ ਕੀਤਾ ਜਾ ਸਕਦਾ। ਉਧਰ ਪੁਲਿਸ ਵੱਲੋਂ ਹੋਏ ਇਸ ਕਤਲ ਦੀ ਤਫਤੀਸ਼ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਇਸ ਕਤਲ ਦੇ ਪਿੱਛੇ ਕਾਰਨ ਕਿਹੜੇ ਸਾਹਮਣੇ ਆਉਂਦੇ ਆ। ਤੇ ਦੂਸਰੇ ਪਾਸੇ ਅੱਜ ਦੀ ਇਹ ਵੀ ਵੱਡੀ ਖਬਰ ਹੈ, ਤੁਹਾਨੂੰ ਪਤਾ ਹੈ ਕਿ ਬਜਟ ਸੈਸ਼ਨ ਚੱਲ ਰਿਹਾ ਸੀ। ਬਜਟ ਸੈਸ਼ਨ ਦੀ ਸਮੇਂ ਤੋਂ ਪਹਿਲਾਂ ਸਮਾਪਤੀ ਕਰ ਦਿੱਤੀ, ਪਰ ਜੋ ਕਾਰਨ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਹੈ। ਸੰਸਦ ਦਾ ਬਜਟ ਇਜਲਾਸ ਅੱਜ ਬੀਤੇ ਤੈਅ ਸਮੇਂ ਤੋਂ ਲਗਭਗ 13 ਦਿਨ ਪਹਿਲਾਂ ਸਮਾਪਤ ਕਰ ਦਿੱਤਾ ਗਿਆ। ਨਾਲ ਹੀ ਦੋਵੇਂ ਸਦਨਾਂ ਦੀ ਕਾਰਵਾਈ ਵੀ ਅਣਮਿੱਥੇ ਸਮੇਂ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲਗਭਗ 2 ਮਹੀਨੇ ਲੰਬੇ ਇਸ ਇਜਲਾਸ ਦੀ ਸ਼ੁਰੂਆਤ ਵਿਰੋਧੀ ਧਿਰ ਦੇ ਬਾਈਕਾਟ ਨਾਲ ਹੋਈ ਸੀ ਤੇ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ। ਕਈ ਦਿਨਾਂ ਤੱਕ ਕੰਮਕਾਜ ਠੱਪ ਰਿਹਾ, ਇਹ ਵੀ ਤੁਹਾਨੂੰ ਯਾਦ ਹੋਣਾ ਹੈ। ਬਾਅਦ ਵਿੱਚ ਕੰਮਕਾਜ ਦੀ ਥੋੜੀ ਬਹੁਤ ਪੂਰਤੀ ਹੋਈ, ਪਰ ਲੋਕ ਸਭਾ ਦੇ ਵਿੱਚ ਜੋ ਦੱਸਿਆ ਗਿਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਲੋਕ ਸਭਾ ਦੇ ਵਿੱਚ 114%, ਰਾਜ ਸਭਾ ਦੇ ਵਿੱਚ 90% ਕੰਮ ਹੋਇਆ। ਆਮ ਬਜਟ ਸਮੇਤ ਬੀਮਾ ਬਿੱਲ, ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਸ਼ਾਸਨ ਸੋਧ ਬਿੱਲ ਵਰਗੇ ਕਈ ਮਹੱਤਵਪੂਰਨ ਬਿੱਲ ਕਹਿੰਦੇ ਪਾਸ ਕਰ ਦਿੱਤੇ ਗਏ ਹੈ। ਪਰ ਪਾਸ ਕਿਵੇਂ ਹੋਇਆ ਉਹ ਬੀਤੇ ਦਿਨਾਂ ਦੇ ਵਿੱਚ ਆਪਾਂ ਚਰਚਾ ਕਰਦੇ ਰਹੇ ਹਾਂ। ਬਜਟ ਇਜਲਾਸ ਦੀ ਸਮਾਪਤੀ ਮੌਕੇ ਦੋਵੇਂ ਸਦਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਮੌਜੂਦ ਰਹੇ। ਹਾਲਾਂਕਿ ਲੋਕ ਸਭਾ ਦੇ ਵਿੱਚ ਕਾਂਗਰਸ ਨੇ ਉਹਨਾਂ ਦੀ ਮੌਜੂਦਗੀ ਨਾ ਹੋਣ ਦਾ ਮੁੱਦਾ ਉਠਾਇਆ, ਸਵਾਲ ਉਠਾਇਆ ਸੀ ਕਿ ਕੀ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਹੁਣ ਅਸੀਂ ਪੱਛਮੀ ਬੰਗਾਲ ਜਾਈਏ। ਅਜਿਹੇ ਵਿੱਚ ਇਸ ਤਰ੍ਹਾਂ ਦੇ ਦੋਸ਼ ਭਾਜਪਾ ਨੇ ਕਿਹਾ ਠੀਕ ਨਹੀਂ। ਅਸਲ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਜਦੋਂ ਇਹ ਦੋਸ਼ ਲਗਾ ਰਹੇ ਸੀ ਕਿ ਮੋਦੀ ਨੂੰ ਮਿਲਣ ਵਾਸਤੇ, ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਸਾਨੂੰ ਪੱਛਮੀ ਬੰਗਾਲ ਜਾਣਾ ਪਏਗਾ, ਤਾਂ ਕੁਝ ਹੀ ਦੇਰ ਬਾਅਦ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਪਹੁੰਚ ਗਏ ਸਨ। ਸੱਤਾ ਧਿਰ ਦੇ ਮੈਂਬਰਾਂ ਨੇ ਇਸ ਤੇ ਇਤਰਾਜ਼ ਵੀ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਸੰਸਦ ਦੀਆਂ ਬੈਠਕਾਂ ਵਿੱਚ ਲਗਾਤਾਰ ਆਉਂਦੇ ਰਹੇ ਹੈ। ਉੱਥੇ ਹੀ ਰਾਜ ਸਭਾ ਦੇ ਵਿੱਚ ਸਭਾਪਤੀ ਨੇ ਬਜਟ ਇਜਲਾਸ ਦੀ ਸਮਾਪਤੀ ਤੇ ਮੌਕੇ ਸਦਨ ਦੇ ਵਿੱਚ ਹੋਏ ਕੰਮਕਾਜ ਨੂੰ ਲੈ ਕੇ ਸੰਸਦ ਮੈਂਬਰਾਂ ਦੀ ਸ਼ਲਾਘਾ ਕੀਤੀ। ਨਾਲ ਹੀ ਸੰਸਦੀ ਕਮੇਟੀ ਦੀਆਂ ਬੈਠਕਾਂ ਦੇ ਵਿੱਚ ਮੈਂਬਰਾਂ ਦੀ ਗੈਰ ਹਾਜ਼ਰੀ ਤੇ ਉਹਨਾਂ ਨੇ ਚਿੰਤਾ ਵੀ ਪ੍ਰਗਟਾਈ। ਉਹਨਾਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦੀ ਕਮੇਟੀ ਦੀਆਂ ਬੈਠਕਾਂ ਦੇ ਵਿੱਚ ਪਾਰਟੀ ਦੇ ਸੰਸਦ ਮੈਂਬਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ। ਸੰਸਦ ਦਾ ਬਜਟ ਇਜਲਾਸ 29 ਜਨਵਰੀ ਤੋਂ 8 ਅਪ੍ਰੈਲ ਤੱਕ ਤਜਵੀਜ਼ ਕੀਤਾ ਹੋਇਆ ਸੀ। ਇਹ 2 ਸੈਸ਼ਨਾਂ ਦੇ ਵਿੱਚ ਰੱਖਿਆ ਗਿਆ ਸੀ। ਪਹਿਲਾ ਸੈਸ਼ਨ 29 ਜਨਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਤੇ 28 ਫਰਵਰੀ ਤੱਕ ਰਿਹਾ। ਦੂਸਰਾ ਸੈਸ਼ਨ 8 ਮਾਰਚ ਤੋਂ ਲੈ ਕੇ 8 ਅਪ੍ਰੈਲ ਤੱਕ ਚੱਲਣਾ ਸੀ। ਪਰ ਬੰਗਾਲ ਸਮੇਤ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਕਹਿੰਦੇ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਸੈਸ਼ਨ ਤੈਅ ਸਮੇਂ ਤੋਂ ਪਹਿਲਾਂ ਖਤਮ ਕਰਨ ਦੀ ਅਪੀਲ ਕਰ ਦਿੱਤੀ, ਜਿਸ ਤੋਂ ਬਾਅਦ ਫੈਸਲਾ ਵੀ ਲੈ ਲਿਆ ਗਿਆ। ਇਹ ਆਪਣੇ ਆਪ ਦੇ ਵਿੱਚ ਹੈਰਾਨੀ ਹੈ। ਪਹਿਲੀ ਗੱਲ ਕਿ ਜਦੋਂ ਸੈਸ਼ਨ ਰੱਖਿਆ ਗਿਆ ਕਿ ਉਸ ਵਕਤ ਪਤਾ ਨਹੀਂ ਸੀ ਕਿ 5 ਸੂਬਿਆਂ ਦੇ ਵਿੱਚ ਚੋਣਾਂ ਕਿਸੇ ਵਕਤ ਵੀ ਹੋ ਸਕਦੀਆਂ ਨੇ। ਕਿ ਜਿਹੜੇ ਆਹ ਲੋਕ ਚੁਣ ਕੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਭੇਜੇ ਹੈ, ਕਿ ਇਹਨਾਂ ਨੂੰ ਉਹਨਾਂ 5 ਸੂਬਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਾ ਲਾਜ਼ਮੀ ਹੈ, ਜਾਂ ਲੋਕਾਂ ਦੇ ਵਾਸਤੇ ਕੁਝ ਕਾਨੂੰਨ ਬਣਾਉਣੇ, ਕੁਝ ਸੋਧਾਂ ਕਰਨੀਆਂ, ਉਹਨਾਂ ਦੇ ਮਾਮਲਿਆਂ ਦੇ ਉੱਤੇ ਬਹਿਸ ਵਟਾਂਦਰਾ ਕਰਨਾ ਜ਼ਰੂਰੀ ਹੈ। ਕੀ ਪ੍ਰਧਾਨ ਮੰਤਰੀ ਨੂੰ, ਕੀ ਗ੍ਰਹਿ ਮੰਤਰੀ ਨੂੰ, ਕੀ ਬਾਕੀ ਮੰਤਰਾਲਿਆਂ ਨੂੰ ਆਪਣੇ ਮੰਤਰਾਲਿਆਂ ਦਾ ਕੰਮ ਛੱਡ ਕੇ ਮੰਤਰੀਆਂ ਨੂੰ ਉੱਥੇ ਜਾ ਕੇ ਆਪਣੇ ਲਾਮ ਲਸ਼ਕਰ ਸਮੇਤ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਣਾ ਲਾਜ਼ਮੀ ਹੈ। ਪਹਿਲਾਂ ਹੀ ਕਿੰਨਾ ਕੁ ਸਮਾਂ ਚੱਲਦਾ ਸੈਸ਼ਨ,
ਬਹੁਤੇ दिन ਤਾਂ शोर शराबा रहिंदा है, हंगामा रहिंदा है, मुलतवी करना पैंदा है, 5-5 7-7 वारी झड़पां हुंदियां ने, फिर कहंदे ने कि अज दा सैशन खत्म ते कल नूं जुड़ांगे, दूसरे दिन शुरुआत फिर उवें ही हुंदी है। पर तुसीं आप वेखो फैसला तुसीं करना कि आह लोक तुसीं सारे आपो अपने हलकिਆਂ ਦੇ ਵਿੱਚੋਂ लोक सभा ਦੇ ਵਿੱਚ ਭੇਜੇ ਨੇ कि साडी उत्थे गल करन। राज सभा ਦੇ ਵਿੱਚ ਜਿਹੜੇ अपॉइंट ਕੀਤੇ गए संसद मैंबर ने वो इस करके कि भाई उत्थे बैठ के उस सदन दे विच सैशन दे विच हाज़री भरन, पर इन्हां नूं फिक्र तुहाडी नहीं, इन्हां नूं 5 सूबिਆਂ ਦੇ ਵਿੱਚ हो रहीआं चोणां ਦੀ फिक्र है कि असीं उत्थे जाइए, पार्टी दे हक विच हित विच प्रचार करिए अते फिर असीं चोणां जित लईए। अगली खबर किसानी अंदोलन नाल संबंधित है। अज पूरे 4 महीने दिल्ली की सरहद ते बैठिਆਂ ਨੂੰ किसानां ਨੂੰ हो चुके हैं। संयुक्त किसान मोर्चा ने 26 मार्च के बंद का सदा दिता हो, तो कहते तैयारियां असीं मुकम्मल कर लईआं ने। संयुक्त किसान मोर्चे के आगू ने डॉक्टर दर्शनपाल, वो कहते राजस्थान, यूपी, तेलंगाना, बिहार, आंध्रा प्रदेश, करनाटक, तमिलनाडु, केरला, हरियाणा लगभग कहते सारे सूबिਆਂ ਦੇ ਵਿੱਚ ਸਾਡੀਆਂ ਤਿਆਰੀਆਂ मुकम्मल ने, असीं मुस्तैद हैं। उन्होंने आख्या कि हुण ये अंदोलन किसान अंदोलन नहीं रहा, ये एक लोक अंदोलन, ये एक लोक लहर बन चुकिया है ਅਤੇ किसान उदों तक अपना संघर्ष जारी रखणगे जदों तक 53 किसान विरोधी कानून रद्द नहीं हो जाते, MSP का कानूनी अधिकार सानू मिल नहीं जाता। उन्होंने दस्सिया कि सड़क ते रेल आवाजाही ठप्प की जाएगी, बाजार ते सरकारी दफ्तर बंद रखे जाणगे, जदों कि जरूरी सेवावां बहाल रखियां जाणगियां, कोई विघन उहदे विच असीं पैण नहीं दिआंगे। दूसरे पासे खबर यह मिल रही है कि भारत बंद के सद्दे का समर्थन करदिआं श्रोमणी कमेटी ने फैसला किया है कि वो अपने सारे दफ्तर बंद रखणगे। पर नाल तुहानूं साडे वल्लों अपील है, संयुक्त किसान मोर्चे की भी अपील है कि 26 तरीक 26 जनवरी ते आ 26 मार्च है। 26 जनवरी वेखी है जिन्हें एक वड्डा डेंट पाया सी। देखियो शांति दे नाल, शांतिपूर्वक तरीके दे नाल इस भारत बंद का सद्दा जिहड़ा उहनूं कबूलिओ, किसी भी तरह का कानून अपने हत्थ विच लैण की कोशिश ना करिओ। हुण चल रही है गल किसानी अंदोलन की, केंद्र सरकार ते दूसरे पासे किसान ते अंदोलन। सुरजीत कुमार जियाणी अज डिटेल्ड खबर पंजाब बोलदा प्रोग्राम दे विच इस ते मुतलक सांझी कीती सी कि मूसा भज्जिया मौत तो ते अगे मौत खड़ी, गया सी बठिंडे दे विच गलबात करन, गल कर नहीं दित्ती। रैसट हाउस दे विचों पता लग्या कि इत्थे किसान आ गए, भिणक पै जांदी है किसानां नूं, इन्हां दी बड़ी उन्हां दी इस वक्त जिहड़ा खुफिया तंत्र है। उहदे तो बाद एक होटल दे विच जाके प्रैस कॉन्फ्रेंस करन लग पिया। पुलिस के पहरे हेठ प्रैस कॉन्फ्रेंस तां कर रहा सी, बठिंडा दे एक होटल दे विच कॉन्फ्रेंस तां कर रहा सी। इसी दौरान उन्हें सब तो पहला काम तां इह कीता कि कैप्टन सरकार दे 4 साल उन्हां दी कारगुजारी जीरो। पर केंद्र सरकार की कारगुजारी ते जदों सवाल किया गया तो उन्होंने केंद्र सरकार ते प्रधानमंत्री मोदी की पिठ थापड़ी। प्रैस कॉन्फ्रेंस दौरान पत्रकारां ने जियाणी नूं पुछ लिया कि किसानी मुद्दे बारे दसो भाई, असीं किसानी मुद्दे ते किसान अंदोलन ते सवाल करने चाहुंदे हां। तां पुराना राग उही घराट राग उही अलापण लग पए। वो कहंदे मोदी सरकार किसानां दा मसला हल करन वास्ते अज भी तैयार है ਅਤੇ ਕਾਲੇ ਕਾਨੂੰਨ ਰੱਦ ਵਾਲੇ ਮਾਮਲੇ ਦੇ ਵਿੱਚ ਉਹ ਕੇਂਦਰੀ ਲੀਡਰਸ਼ਿਪ ਦੀ ਬੋਲੀ ਬੋਲਦੇ ਨਜ਼ਰ ਆਏ। ਪਹਿਲਾਂ ਤਾਂ ਉਹ ਕਹਿੰਦੇ ਇਹ ਖੇਤੀ ਕਾਨੂੰਨ ਕਾਲੇ ਕਾਨੂੰਨ ਨਹੀਂ, ਇਹ ਕਹਿੰਦੇ ਜਿਹੜੇ ਕਾਲੇ 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 ਕਹਿਣ ਲੱਗ ਪਏ ਕਿਸਾਨ ਜਥੇਬੰਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੀ ਉਂਗਲ ਤੇ ਚੜੀਆਂ ਹੋਈਆਂ ਨੇ। ਮੈਂ ਕਹਿੰਦੇ ਇਸ ਗੱਲ ਦੀ ਹਮਾਇਤ ਕਰਦਾ ਹਾਂ ਕਿ ਜਿਹੜੇ ਖੇਤੀ ਕਾਨੂੰਨ ਨੇ ਕੇਂਦਰ ਸਰਕਾਰ ਨੇ ਬਣਾਏ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਬਣਾਏ ਨੇ ਅਤੇ ਕਿਸਾਨ ਜਥੇਬੰਦੀਆਂ ਨੂੰ ਸਿਆਸੀ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਗੁੰਮਰਾਹ ਕਰ ਲਿਆ। ਉਹਨਾਂ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਰਾਜੇਵਾਲ ਤੇ ਹੋਰ ਕਿਸਾਨ ਆਗੂਆਂ ਦੀਆਂ ਕਰਵਾਈਆਂ ਮੀਟਿੰਗਾਂ ਦਾ ਵੀ ਹਵਾਲਾ ਦਿੱਤਾ। ਉਹਦਾ ਕਹਿਣ ਦਾ ਭਾਵ ਸੀ ਕਿ ਮੈਂ ਕਰਵਾਈਆਂ ਜਾਂ ਅਸੀਂ ਕਰਵਾਈਆਂ ਨੇ। ਫਿਰ ਗੱਲ ਸੋਧਾਂ ਵਾਲੀ ਆ ਗਈ। ਉਹ ਕਹਿੰਦੇ ਦੇਖੋ ਕਾਨੂੰਨ ਦੇ ਵਿੱਚ ਸੋਧਾਂ ਦੀ ਗੱਲ ਚੱਲ ਰਹੀ ਹੈ, 1.5 ਸਾਲ ਤੱਕ ਕਾਨੂੰਨ ਅੱਗੇ ਪਾਉਣ ਦੀ ਗੱਲ ਆਖੀ ਗਈ ਹੈ, ਪਰ ਜੇਕਰ ਫਿਰ ਵੀ ਕਿਸਾਨ ਜਾਂ ਕਿਸਾਨ ਆਗੂ ਮੰਨਣ ਨੂੰ ਤਿਆਰ ਨਹੀਂ, ਫਿਰ ਅਸੀਂ ਕੀ ਕਰੀਏ? ਤੁਸੀਂ ਹਿਸਾਬ ਲਾਓ ਕਿ ਹੈਂਕੜਬਾਜ਼ੀ। कहते फिर की किया जा सकता है? फिर उन्होंने ये सवाल पूछ लिया कि 300 तो वध लगभग हुण 350 गिणती होने वाली है कि किसानां दी उत्थे धरने के दौरान वक्खो वक् थावां ते मौतां हो चुकियां ने। केंद्र सरकार ने एक भी शब्द नहीं बोलिया। वो कहते भी देखो ये असीं की कर सकते हैं। सुप्रीम कोर्ट ने कहा सी कि अंदोलन दे विच नौजवान बैठण, बजुर्ग ना बैठण। वो कहते जेकर फिर भी
ਇਹ ਕਿਸਾਨ ਨਾ ਸੁਪਰੀਮ ਕੋਰਟ ਦੀ ਸੁਣਦੇ ਨਾ ਸਰਕਾਰ ਦੀ ਸੁਣਦੇ, ਅਸੀਂ ਕੀ ਕਰੀਏ? ਸੰਵੇਦਨਸ਼ੀਲਤਾ ਦੇਖੋ ਤੁਸੀਂ। ਹਾਲੇ ਇਹ ਕਹਿੰਦੇ ਨੇ ਕਿ 117 ਦੀਆਂ 117 ਪੰਜਾਬ ਦੀਆਂ ਸੀਟਾਂ ਤੇ ਚੋਣ ਲੜਨੀਆਂ ਤੇ ਜਿੱਤ ਵੀ ਦਰਜ ਕਰਨੀ ਹੈ। ਅੱਗੇ ਤਾਂ ਹਰਜੀਤ ਇਸ ਤਰ੍ਹਾਂ ਦੇ ਬਿਆਨ ਦਿੰਦਾ ਸੀ, ਹੁਣ ਸਰਜੀਤ ਦਾ ਬਿਆਨ ਹੈ। ਉਹ ਕਹਿੰਦੇ ਜੇ ਸੁਪਰੀਮ ਕੋਰਟ ਨੇ ਕਿਹਾ ਕਿ ਨੌਜਵਾਨ ਬੈਠਣ, ਬਜ਼ੁਰਗ ਚਲੇ ਜਾਣ, ਜੇ ਨਹੀਂ ਉੱਠ ਕੇ ਆਏ ਉੱਥੇ ਮਰ ਗਏ, ਤੇ ਅਸੀਂ ਕੀ ਕਰੀਏ? ਹੁਣ ਇਸ ਬਿਆਨ ਨੂੰ ਦੇ ਤਾਂ ਦਿੱਤਾ ਕਿਉਂਕਿ ਗਿੱਲੇ ਥਾਂ ਜ਼ਬਾਨ ਪਈ, ਆਪਾਂ ਬੋਲ ਦਿੰਦੇ ਆ, ਪਰ ਬਾਅਦ ਵਿੱਚ ਕਈ ਵਾਰੀ ਨਾ ਦਿੱਤਾ ਬਿਆਨ ਸਾਡੀਆਂ ਲੱਤਾਂ ਵਜ਼ਨ ਨਹੀਂ ਝੱਲਦੀਆਂ, ਬੜੇ ਬੜੇ ਬਿਆਨਾਂ ਤੋਂ ਮੁੱਕਰਦੇ ਆ। ਪਰ ਹੁਣ ਮੁੱਕਰਿਆ ਨਹੀਂ ਜਾਣਾ। ਸਾਰੇ ਅਖਬਾਰਾਂ ਦੀ ਸੁਰਖੀ ਵੀ ਬਣੂ ਕਿ ਸੁਰਜੀਤ ਕੁਮਾਰ ਜਿਆਣੀ ਨੇ ਬਠਿੰਡਾ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਕਿਸਾਨਾਂ ਦੇ ਉਲਟ ਬੋਲਿਆ, ਕਿਸਾਨਾਂ ਦੀਆਂ ਮੌਤਾਂ ਦੇ ਉੱਤੇ ਆ ਗੈਰ ਸੰਵੇਦਨਸ਼ੀਲ ਬਿਆਨ ਦਿੱਤਾ, ਉੱਥੇ ਉਹਨੂੰ ਪਹਿਲਾਂ ਤਾਂ ਰੈਸਟ ਹਾਊਸ ਦੇ ਵਿੱਚ ਮੀਟਿੰਗ ਨਹੀਂ ਕਰਨ ਦਿੱਤੀ, ਫਿਰ ਜਿੱਥੇ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿਸਾਨਾਂ ਨੂੰ, ਉੱਥੇ ਵੀ ਭਿਣਕ ਲੱਗ ਪਈ। ਸਖਤ ਪੁਲਿਸ ਦਾ ਪਹਿਰਾ ਹੋਣ ਦੇ ਬਾਵਜੂਦ ਪਿਛਲੇ ਦਰਵਾਜ਼ੇ ਥਾਣੀ ਭੱਜਣਾ ਪੈ ਗਿਆ। ਸੋ ਦੋਸਤੋ, ਇਹ ਅੱਜ ਦੀਆਂ ਕੁਝ ਖਬਰਾਂ ਸਨ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਇੱਕ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਇਹ ਵੀ ਕਹਾਂਗੇ ਕਿ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।